ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਸੰਗਤਾਂ ਦੇ ਨਾਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੀ ਜੀਵਨ ਦੀਆਂ ਦੋ ਬਹੁਤ ਹੀ ਅਚਰਜ ਤੇ ਅਨੋਖੀਆਂ ਘਟਨਾਵਾਂ ਦੀ ਸਾਂਝ ਆਪ ਜੀਆਂ ਦੇ ਨਾਲ ਪਾਵਾਂਗੇ। ਸੰਨ 1967 ਵਿੱਚ ਗੁਰਦੁਆਰਾ ਪੰਜੋਖਰਾ ਸਾਹਿਬ ਪਾਤਸ਼ਾਹੀ 8ਵੀਂ ਵਿਖੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਇੱਕ ਦਿਨ ਭਾਈ ਜਰਨੈਲ ਸਿੰਘ ਅਵਿਆਸੀ ਜੀ ਪਾਸੋਂ ਪੰਜ ਗ੍ਰੰਥੀ ਦਾ ਪਾਠ ਸੁਣ ਰਹੇ ਸਨ। ਅਵਿਆਸੀ ਜੀ ਪਲੰਘ ਉੱਪਰ ਪੋਥੀ ਪ੍ਰਕਾਸ਼ ਕਰਕੇ ਪਾਠ ਕਰ ਰਹੇ ਸਨ। ਰਾਤ ਦਾ ਸਮਾਂ ਸੀ। ਪਾਠ ਕਰਦਿਆਂ ਕਰਦਿਆਂ ਅਚਾਨਕ ਬਿਜਲੀ ਬੰਦ ਹੋ ਗਈ, ਪਰ ਭਾਈ ਅਵਿਆਸੀ ਜੀ ਪਾਠ ਕਰਦੇ ਰਹੇ। ਉਹਨਾਂ ਨੂੰ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ ਕਿ ਪੰਜ ਗ੍ਰੰਥੀ ਪੋਥੀ ਵਿੱਚੋਂ ਹੀ ਪ੍ਰਕਾਸ਼ ਹੋ ਕੇ ਬਾਣੀ ਦੇ ਅੱਖਰ ਦਿਸ ਰਹੇ ਹਨ। ਪੰਜ ਗ੍ਰੰਥੀ ਦਾ ਪਾਠ ਸੰਪੂਰਨ ਕਰਨ ਤੋਂ ਬਾਅਦ ਬਿਜਲੀ ਵੀ ਜਗ ਪਈ। ਭਾਈ ਅਵਿਆਸੀ ਜੀ ਦੇ ਮਨ ਵਿੱਚ ਫੁਰਨਾ ਆਇਆ ਕਿ ਮੈਂ ਇਸ ਕੌਤਕ ਬਾਰੇ ਸੰਤਾਂ ਦੇ ਨਾਲ ਬਚਨ ਸਾਂਝਾ ਕਰਾਂ, ਪਰ ਚੁੱਪ ਰਹੇ। ਫਿਰ ਕਈ ਦਿਨ ਜਦੋਂ ਵੀ ਉਹ ਰਾਤ ਸਮੇਂ ਪੰਜ ਗ੍ਰੰਥੀ ਦਾ ਪਾਠ ਕਰਦੇ ਤਾਂ ਹਨੇਰੇ ਵਿੱਚ ਵੀ ਉਹਨਾਂ ਨੂੰ ਪੋਥੀ ਵਿੱਚੋਂ ਉਸੇ ਤਰ੍ਹਾਂ ਪ੍ਰਕਾਸ਼ ਹੋ ਕੇ ਬਾਣੀ ਦੇ ਅੱਖਰ ਦਿਸਦੇ ਰਹੇ। ਫਿਰ ਉਹਨਾਂ ਨੇ ਇਸ ਬਾਰੇ ਸੰਤਾਂ ਨੂੰ ਬੇਨਤੀ ਕੀਤੀ ਕਿ ਇਸ ਤਰ੍ਹਾਂ ਦਾ ਵਰਤਾਰਾ ਮੇਰੇ ਨਾਲ ਵਰਤ ਰਿਹਾ ਹੈ ਕਿ ਰਾਤ ਸਮੇਂ ਜਦੋਂ ਵੀ ਪੋਥੀ ਪ੍ਰਕਾਸ਼ ਕਰਕੇ ਬਾਣੀ ਪੜ੍ਹਦਾ ਹਾਂ ਤਾਂ ਬਿਨਾਂ ਬਿਜਲੀ ਜਗਾਇਆ ਹੀ ਪੋਥੀ ਵਿੱਚੋਂ ਪ੍ਰਕਾਸ਼ ਹੁੰਦਾ ਹੈ ਅਤੇ ਗੁਰਬਾਣੀ ਦੇ ਅੱਖਰਾਂ ਦੇ ਸਾਫ਼ ਦਰਸ਼ਨ ਹੁੰਦੇ ਨੇ। ਤਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨੇ ਕਿਹਾ ਕਿ ਇਸ ਆਜ਼ਾਦ ਵਸਤੂ ਨੂੰ ਜਰਨ ਦਾ ਸੁਭਾਅ ਬਣਾਓ। ਅੱਜ ਤੈਨੂੰ ਬਿਜਲੀ ਦੀ ਰੋਸ਼ਨੀ ਵਾਂਗ ਪ੍ਰਕਾਸ਼ ਪ੍ਰਤੀਤ ਹੁੰਦਾ ਹੈ, ਪਰ ਗੁਰਬਾਣੀ ਦੇ ਅਭਿਆਸ ਵਾਹਿਗੁਰੂ ਮੰਤਰ ਦੇ ਸਿਮਰਨ ਨਾਲ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਪ੍ਰਗਟ ਹੋ ਸਕਦਾ ਹੈ। ਸਤਿਗੁਰੂ ਜੀ ਬਾਣੀ ਵਿੱਚ ਫਰਮਾਉਂਦੇ ਹਨ, ਸ਼ਾਂਤ ਸਹਿਜ ਸੂਖ ਮਨ ਉਪਜਿਓ, ਕੋਟ ਸੂਰ ਨਾਨਕ ਪ੍ਰਗਾਸ। ਭਾਵ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਵੀ ਨਾਮ ਦੇ ਪ੍ਰਕਾਸ਼ ਦੇ ਬਰਾਬਰ ਨਹੀਂ ਪੁੱਜ ਸਕਦਾ। ਸੂਰਜ ਦਾ ਪ੍ਰਕਾਸ਼ ਮਨੁੱਖ ਦੀ ਨਜ਼ਰ ਦੀ ਸੀਮਾ ਤੱਕ ਪ੍ਰਤੀਤ ਹੁੰਦਾ ਹੈ ਅਤੇ ਦਿਖਾਈ ਦੇ ਸਕਦਾ ਹੈ, ਪਰ ਨਾਮ ਦਾ ਪ੍ਰਕਾਸ਼ ਖੰਡਾਂ ਬ੍ਰਹਿਮੰਡਾਂ ਤੱਕ ਹੋ ਰਹੀ ਪ੍ਰਕਿਰਿਆ ਨੂੰ ਵੇਖਣ ਦੀ ਸਮਰੱਥਾ ਦੇ ਸਕਦਾ ਹੈ। ਇਸ ਲਈ ਵਾਹਿਗੁਰੂ ਦੀ ਖੇਡ ਨਿਰਾਲੀ ਅਤੇ ਬੇਅੰਤ ਹੈ। ਉਸ ਨੂੰ ਜਰਨ ਲਈ, ਬਰਦਾਸ਼ਤ ਕਰਨ ਲਈ ਅਤੇ ਸਾਂਭਣ ਲਈ ਅਕਾਲ ਪੁਰਖ ਅੱਗੇ ਹਮੇਸ਼ਾ ਅਰਦਾਸ ਕਰਨੀ ਚਾਹੀਦੀ ਹੈ। ਤੇ ਜੋ ਦੂਸਰੀ ਘਟਨਾ ਹੈ ਉਹ ਬਹੁਤ ਹੀ ਭੇਦ ਭਰੀ ਹੈ। ਜ਼ਿਲ੍ਹਾ ਮੋਗਾ ਵਿੱਚ ਪੈਂਦੇ ਪਿੰਡ ਕੋਲੀਆਂ ਕਲਾਂ ਦੇ ਸਿੰਘ ਭਾਈ ਹਰਚੰਦ ਸਿੰਘ ਅਤੇ ਕੁਝ ਹੋਰ ਸਿੰਘ ਜੋ ਭਾਈ ਜਰਨੈਲ ਸਿੰਘ ਅਵਿਆਸੀ ਨੂੰ ਕਾਫੀ ਲੰਮੇ ਸਮੇਂ ਤੋਂ ਜਾਣਦੇ ਸਨ ਅਤੇ ਇਹਨਾਂ ਕੋਲ ਆਮ ਆਉਣੀ ਜਾਣੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੀ ਰਹਿੰਦੀ ਸੀ। ਜਥਾ ਸੰਗਤ ਵੱਲੋਂ ਭਾਈ ਜਰਨੈਲ ਸਿੰਘ ਜੀ ਨੂੰ ਦਮਦਮੀ ਟਕਸਾਲ ਦਾ ਮੁਖੀ ਚੁਣੇ ਜਾਣ ਦਾ ਇਸ ਸਮੇਂ ਤੱਕ ਫੈਸਲਾ ਲੈ ਲਿਆ ਗਿਆ ਸੀ। ਇਸ ਸੰਬੰਧ ਦੇ ਵਿੱਚ ਗੱਲਬਾਤ ਕਰਦਿਆਂ ਭਾਈ ਹਰਚੰਦ ਸਿੰਘ ਨੇ ਭਾਈ ਜਰਨੈਲ ਸਿੰਘ ਅਵਿਆਸੀ ਨੂੰ ਕਿਹਾ ਕਿ ਜਦੋਂ ਬਾਬਾ ਠਾਕੁਰ ਸਿੰਘ ਜੀ ਸਮੇਤ ਸਾਰਾ ਜਥਾ ਆਪ ਜੀ ਨੂੰ ਮੁਖੀ ਬਣਾਉਣਾ ਚਾਹੁੰਦਾ ਹੈ ਤਾਂ ਆਪ ਨੇ ਇੰਨੀ ਜਿੱਦ ਕਿਉਂ ਕੀਤੀ। ਤਾਂ ਭਾਈ ਜਰਨੈਲ ਸਿੰਘ ਨੇ ਕਿਹਾ ਕਿ ਭਾਈ ਹਰਚੰਦ ਸਿੰਘਾ, ਇਸ ਵਿੱਚ ਕਈ ਭੇਦ ਹਨ ਅਤੇ ਇਹ ਸੇਵਾ ਵੀ ਭਾਰੀ ਕਠਿਨਾਈਆਂ ਭਰੀ ਹੈ। ਇਸ ਲਈ ਮੈਂ ਬੇਨਤੀਆਂ ਕਰ ਰਿਹਾ ਸੀ ਕਿ ਕਿਸੇ ਯੋਗ ਸਿਆਣੇ ਵਿਦਵਾਨ ਨੇਮੀ ਪ੍ਰੇਮੀ ਸਿੰਘ ਨੂੰ ਇਹ ਸੇਵਾ ਦਿੱਤੀ ਜਾਂਦੀ। ਤਾਂ ਉਹਨਾਂ ਕਿਹਾ, ਇਹ ਸਭ ਕੁਝ ਸੋਚ ਕੇ ਹੀ ਆਪ ਜੀ ਨੂੰ ਇਸ ਸੇਵਾ ਲਈ ਅੱਗੇ ਲਿਆਂਦਾ ਹੈ ਅਤੇ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਿਰਪਾ ਨਾਲ ਚੱਲ ਰਹੀ ਇਹ ਸੰਸਥਾ ਹੈ। ਇਸ ਲਈ ਇਸ ਦੇ ਭਵਿੱਖ ਬਾਰੇ ਵੀ ਉਸ ਨੂੰ ਹੀ ਫਿਕਰ ਹੈ ਅਤੇ ਉਸਨੇ ਆਪਣੀ ਕਿਰਪਾ ਦੇ ਨਾਲ ਹੀ ਇਸ ਨੂੰ ਅੱਗੇ ਚਲਾਉਣਾ ਹੈ। ਇਹ ਗੱਲ ਸੁਣਦਿਆਂ ਹੀ ਭਾਈ ਜਰਨੈਲ ਸਿੰਘ ਜੀ ਨੇ ਕਿਹਾ, ਇਹ ਗੱਲਾਂ ਤਾਂ ਸਭ ਠੀਕ ਹਨ, ਪਰ ਜੋ ਕੁਝ ਮੈਨੂੰ ਨਜ਼ਰ ਆਉਂਦਾ ਹੈ ਉਹ ਇਸ ਤਰ੍ਹਾਂ ਹੈ ਕਿ ਤੁਸੀਂ ਵੇਖੋਗੇ ਕਿ ਇਸ ਸੇਵਾ ਦਾ ਭਾਰ ਤਾਂ ਦਾਸ ਦੇ ਸਿਰ 'ਤੇ ਰੱਖ ਦਿੱਤਾ ਹੈ, ਪਰ ਇਹ ਸੇਵਾ ਨਿਭਾਉਂਦਿਆਂ ਇਸ ਸੰਸਾਰ ਤੋਂ ਮੈਨੂੰ 2 ਵਾਰ ਮਰਨਾ ਪਵੇਗਾ। ਇਹ ਗੱਲ ਸੁਣਦਿਆਂ ਭਾਈ ਹਰਚੰਦ ਸਿੰਘ ਨੇ ਪੁੱਛਿਆ ਕਿ ਇਸ ਦਾ ਕੀ ਮਤਲਬ ਹੈ। ਤਾਂ ਉਹਨਾਂ ਕਿਹਾ, ਇਸ ਦਾ ਮਤਲਬ ਤੁਸੀਂ ਆਪ ਹੀ ਵੇਖ ਲੈਣਾ। ਭਾਈ ਹਰਚੰਦ ਸਿੰਘ ਜੀ ਕੋਲੀਏ ਵਾਲੇ ਦੱਸਦੇ ਹਨ ਕਿ ਉਹ ਪੂਰੀ ਤਰ੍ਹਾਂ ਇਸ ਗੱਲ ਨੂੰ ਟਾਲ ਗਏ ਤੇ ਟਕਸਾਲ ਦੇ ਕੁਝ ਸਿੰਘਾਂ ਦਾ ਅੱਜ ਇਹ ਕਹਿਣਾ ਹੈ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਅਜੇ ਤੱਕ ਸਰੀਰ ਦੇ ਵਿੱਚ ਹਨ ਤੇ ਉਹ ਫਿਰ ਦੁਬਾਰਾ ਪ੍ਰਗਟ ਵੀ ਹੋਣਗੇ, ਪਰ ਟਕਸਾਲ ਦੇ ਬਾਕੀ ਸਿੰਘ ਇਸ ਗੱਲ ਦਾ ਖੰਡਨ ਕਰਦੇ ਨੇ। ਜੇਕਰ ਉਹ ਅੱਜ ਵੀ ਹੁੰਦੇ ਤਾਂ ਇਸ ਵਕਤ ਤੱਕ ਜ਼ਰੂਰ ਜਾਂਦੇ। ਖੈਰ, ਇਸ ਭੇਦ ਬਾਰੇ ਗੁਰੂ ਸਾਹਿਬ ਜੀ ਆਪ ਹੀ ਜਾਣਦੇ ਨੇ। ਅਸੀਂ ਇਸ ਬਾਰੇ ਕੁਝ ਕਹਿ ਨਹੀਂ ਸਕਦੇ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਦੁਬਾਰਾ ਫਿਰ ਆਉਣਗੇ, ਪਰ ਇੱਕ ਗੱਲ ਦਾ ਅਟਲ ਹੈ, ਅਜਿਹੇ ਮਹਾਂਪੁਰਸ਼ ਅਕਾਲ ਪੁਰਖ ਵਾਹਿਗੁਰੂ ਜੀ ਵਾਂਗ ਹੀ ਆਜ਼ਾਦ ਹਸਤੀ ਹੁੰਦੇ ਨੇ।
ਇਹ ਤਾਂ ਮੁੱਠੀ ਦੇ ਵਿੱਚ ਹੀ ਬ੍ਰਹਮੰਡ ਲਈ ਫਿਰਦੇ ਹੁੰਦੇ ਨੇ। ਐਸੇ ਮਹਾਂਪੁਰਖਾਂ ਵੱਲੋਂ ਮਨੁੱਖੀ ਬੁੱਧੀ ਤੋਂ ਪਰੇ ਕੁਝ ਅਨੋਖਾ ਕਰਨਾ ਅਸੰਭਵ ਨਹੀਂ ਹੁੰਦਾ। ਮਹਾਂਪੁਰਸ਼ ਚਾਹੁਣ ਤਾਂ ਦਰਖਤਾਂ ਨੂੰ ਮਠਿਆਈਆਂ ਲਗਾ ਦਿੰਦੇ ਨੇ। ਮਹਾਂਪੁਰਸ਼ ਚਾਹੁਣ ਤਾਂ ਦੁਨੀਆ ਬਚਾ ਵੀ ਸਕਦੇ ਨੇ ਤੇ ਗਰਕ ਵੀ ਕਰ ਸਕਦੇ ਨੇ, ਕਿਉਂਕਿ ਰੱਬ ਦੇ ਪਿਆਰੇ ਰੱਬ ਦਾ ਹੀ ਰੂਪ ਹੋ ਜਾਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।